Hello students, how are you? I hope you have enjoyed your lesson number 4, the giving tree, thoroughly. So let's do after that post reading. Post reading ਦਾ ਮਤਲਬ ਜੋ ਅਸੀਂ ਲੈਸਨ ਰੀਡ ਕਰਨ ਤੋਂ ਬਾਅਦ ਕਰਨੀ ਹੈ ਕਿ ਅਸੀਂ ਹੁਣ ਦੇਖਣਾ ਹੈ ਕਿ ਅਸੀਂ ਇਸ ਲੈਸਨ ਤੋਂ ਕੀ ਕੁਝ ਹੋਰ ਸਿੱਖ ਸਕਦੇ ਹਾਂ, ਠੀਕ? So let's do activity number 2, read the following phrases. ਸੋ ਫਰੇਜ਼ ਹੁੰਦੇ ਨੇ ਕੁਝ ਸ਼ਬਦਾਂ ਦਾ ਸਮੂਹ, ਯਾਨੀ 2 ਜਾਂ 3 ਸ਼ਬਦ ਮਿਲ ਕੇ ਕੋਈ ਗੱਲ ਨੂੰ ਸਾਰਥਕ ਕਰ ਦੇਣ, ਉਹਨੂੰ ਆਪਾਂ ਕਹਿੰਦੇ ਆ ਫਰੇਜ਼। ਓਕੇ, ਸੋ ਰੀਡ the following phrases, find out their meaning by reading the story again, write 2 meaningful sentences using each phrase. ਸੋ ਇਹਨਾਂ ਦੇ ਆਪਾਂ ਮੀਨਿੰਗ ਦੇਖਣੇ ਨੇ ਤੇ ਇਹਨਾਂ ਦੇ 2 meaningful sentence ਵੀ ਬਣਾਉਣੇ ਨੇ, ਠੀਕ? ਸੋ ਪਹਿਲਾਂ ਤਾਂ ਆਊਗਾ climb up. Climb up ਦਾ meaning ਕਿਸੇ ਵੀ ਚੀਜ਼ ਦੇ ਉੱਪਰ ਚੜਨਾ, climb up the trees, okay? Climb up the wall. ਲੋ, ਇਹ ਤਾਂ 2 sentence ਵੀ ਬਣ ਗਏ। ਸੋ ਫਸਟ ਕੀ ਹੋਇਆ? I climb up the trees. Second, you climb up the wall. Okay? Second, cut off. Cut off ਮਤਲਬ ਕਿਸੇ ਜਗ੍ਹਾ ਤੋਂ ਕਿਸੇ ਚੀਜ਼ ਨੂੰ ਕੱਟ ਕੇ ਅਲੱਗ-ਅਲੱਗ ਕਰ ਦੇਣਾ, ਉਹਨੂੰ ਕਹਿੰਦੇ cut off। ਵੈਸੇ ਤਾਂ cut off ਦੇ ਬਹੁਤ ਜ਼ਿਆਦਾ ਮਤਲਬ ਨੇ। ਇਹ ਕੱਪੜਿਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਉਸਨੇ ਕੱਟ ਆਫ ਜੀਨ ਪਹਿਨੀ ਹੈ, ਠੀਕ ਹੈ? ਫਿਰ ਇਹਦਾ ਕੀ ਬਣੇਗਾ? he has worn. worn ਮਤਲਬ ਪਹਿਨੀ ਹੋਈ ਹੈ, ਠੀਕ ਹੈ? wear first form, wore second form, worn third form. he has worn cut off jeans. okay, next, cut down. ਸੋ ਇੱਕ ਆਪਾਂ cut down ਦਾ ਮੀਨਿੰਗ ਲੈਣੇ ਆਪਣੀ ਟੈਕਸਟ ਬੁੱਕ ਵਿੱਚੋਂ ਕਿ I cut down the tree outside my home, yeah, I cut down the tree outside my office, I cut down the tree outside my school. okay, ਇੱਕ ਕੱਟ ਡਾਊਨ ਦਾ ਮੀਨਿੰਗ ਹੁੰਦਾ ਕਿਸੇ ਚੀਜ਼ ਨੂੰ ਕੱਟ ਕਰ ਦੇਣਾ, ਸਪੈਸ਼ਲੀ ਜਦੋਂ ਉਹ ਚੀਜ਼ ਸਿਹਤ ਲਈ ਮਾੜੀ ਹੋਵੇ, ਵੀ ਮੈਂ ਆਹ ਚੀਜ਼ ਹੁਣ ਕੱਟ ਕਰ ਰਿਹਾ। ਓਕੇ, ਸੋ ਉੱਥੇ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਕੱਟ ਡਾਊਨ, ਜਿੱਦਾਂ ਕਿ I am trying, ਮੈਂ ਕੋਸ਼ਿਸ਼ ਕਰ ਰਿਹਾ ਹਾਂ, to cut down, ਕੱਟ ਕਰਨ ਦੀ। ਕਿਹੜੀ ਚੀਜ਼? cut down on sugar this month. okay, ਮੈਂ ਸ਼ੂਗਰ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਘੱਟ ਕੰਜ਼ਿਊਮ ਕਰਾਂਗਾ ਸ਼ੂਗਰ। stay away. stay away ਦਾ ਮਤਲਬ ਹੁੰਦਾ ਦੂਰ ਰਹਿਣਾ। ਸੋ ਇੱਕ ਤਾਂ ਇੱਥੋਂ ਹੀ ਮੀਨਿੰਗ ਆਪਾਂ ਟੈਕਸਟ ਬੁੱਕ ਚੋਂ ਚੱਕ ਲੈਂਦੇ ਆ, ਠੀਕ ਹੈ? the boy stayed away for a long time. ਸੋ stayed ਕੀ ਹੋ ਗਿਆ? ਸੈਕਿੰਡ ਫਾਰਮ ਹੋ ਗਈ। stay ਹੁੰਦਾ ਰਹਿਣਾ, away ਯਾਨੀ ਦੂਰ, ਕਿਸੇ ਚੀਜ਼ ਤੋਂ ਦੂਰ ਰਹਿਣਾ। stayed away ਕਿਸੇ ਚੀਜ਼ ਤੋਂ ਦੂਰ ਰਿਹਾ। ਓਕੇ, ਪਾਸਟ। ਜਾਂ ਤੁਸੀਂ ਸੈਕਿੰਡ ਬਣਾ ਸਕਦੇ ਹੋ stay away from me, ਮੇਰੇ ਤੋਂ ਦੂਰ ਰਹੋ। ਓਕੇ, ਸੋ ਨੈਕਸਟ ਹੈ ਟੇਕ ਅਵੇ। ਟੇਕ ਅਵੇ ਹੁੰਦਾ ਦੂਰ ਲੈ ਜਾਣਾ ਉਸ ਜਗ੍ਹਾ ਤੋਂ। ਓਕੇ, ਸੋ ਇੱਕ ਸੈਂਟੈਂਸ ਤਾਂ ਆਪਾਂ ਇਹਦੇ ਵਿੱਚੋਂ ਲੱਭ ਲੈਂਦੇ ਆ। ਜਦੋਂ ਬॉय ਟਰੀ ਤੋਂ ਬੋਟ ਮੰਗਣ ਆਇਆ ਸੀ ਤਾਂ ਉਹਨੇ ਕਿਹੜਾ ਸੈਂਟੈਂਸ ਬੋਲਿਆ ਸੀ? Can you give me a boat that will take me away to another city? Okay, ਹੁਣ ਇਹਦਾ ਛੋਟਾ ਬਣਾ ਲਓ, take me away to another city, ਕਿ ਮੈਨੂੰ ਦੂਸਰੀ ਸਿਟੀ ਲੈ ਜਾਓ। ਦੂਸਰਾ ਆਪਾਂ ਇੱਕ ਹੋਰ ਬਣਾ ਲੈਂਦੇ ਹਾਂ ਸੈਂਟੈਂਸ। ਆਪਾਂ ਮੰਨ ਲਓ ਗੁਰਦੁਆਰੇ, ਮੰਦਿਰ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ, ਆਪਾਂ ਉੱਥੇ ਪ੍ਰੇ ਕਰਦੇ ਹਾਂ ਨਾ ਗੋਡ ਨੂੰ ਕਿ ਮੇਰੇ ਅੰਦਰ ਜਿਹੜੀਆਂ ਬੁਰੀਆਂ ਚੀਜ਼ਾਂ ਉਹ ਤੁਸੀਂ ਲੈ ਜਾਓ, ਮੇਰੇ ਅੰਦਰ ਚੰਗੀਆਂ ਚੀਜ਼ਾਂ ਪਾ ਦਿਓ, ਹਨਾ? ਫਿਰ ਤੁਸੀਂ ਇੱਥੇ ਕੀ ਕਹਿ ਸਕਦੇ ਹੋ? ਟੇਕ ਅਵੇ ਐਂਗਰ ਫਰੋਮ ਮੀ, ਟੇਕ ਅਵੇ ਬੈਡ ਥਿੰਗਸ ਫਰੋਮ ਮੀ। ਓਕੇ, ਸੋ ਇੱਦਾਂ ਦੇ ਸੈਂਟੈਂਸ ਤੁਸੀਂ ਆਪ ਬਣਾ ਸਕਦੇ ਹੋ। ਨੈਕਸਟ ਐਕਟੀਵਿਟੀ 3rd। ਸੋ ਇਹਦੇ ਵਿੱਚ ਆਪਾਂ ਕੁਐਸਚਨ ਆਨਸਰ ਕਰਾਂਗੇ, ਰੀਡ ਐਂਡ ਕੰਪਰੀਹੈਂਡ ਨੂੰ ਪੜਾਂਗੇ ਤੇ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਲੈਸਨ ਨੂੰ। ਫਸਟ ਕੁਐਸਚਨ ਹੈ, ਡਿਡ ਦਾ ਬॉय ਲਵ ਦਾ ਟਰੀ ਵੈਨ ਹੀ ਵਾਜ਼ ਅ ਚਾਈਲਡ? ਕੀ ਬॉय ਟਰੀ ਨੂੰ ਲਵ ਕਰਦਾ ਸੀ ਜਦੋਂ ਉਹ ਛੋਟਾ ਸੀ? ਯੈਸ ਹੀ ਡਿਡ, ਹਾਂ ਉਹ ਕਰਦਾ ਸੀ। ਸੋ ਇਹ ਸੀ ਫਸਟ ਕੁਐਸਚਨ ਜੋ ਕਿ ਸੋਲਵ ਕਰ ਦਿੱਤਾ ਗਿਆ। ਹੁਣ ਆਪਾਂ ਸੈਕਿੰਡ ਤੇ ਆਉਂਦੇ ਹਾਂ। Did the tree have money to give the boy? ਸੋ ਦਾ ਕੀ ਜਵਾਬ ਆਏਗਾ? No, he did not have, ਕਿ ਉਹਦੇ ਕੋਲ ਕੋਈ ਮਨੀ ਨਹੀਂ ਸੀ। Third, did the boy want to go to a nearby village? ਨੇੜੇ ਦੇ ਵਿਲੇਜ ਜਾਣਾ ਚਾਹੁੰਦਾ ਸੀ? No, ਉਹ ਦੂਜੀ ਸਿਟੀ ਜਾਣਾ ਚਾਹੁੰਦਾ ਸੀ। ਫਿਰ ਇਹਦਾ ਜਵਾਬ ਕੀ ਆਏਗਾ? No, the boy did not. Fourth, did the boy get married? ਕੀ ਲੜਕੇ ਦਾ ਵਿਆਹ ਹੋ ਗਿਆ ਸੀ? Yes, he did. Fifth, did the tree allow the boy to sit down on the stump?
ਅਖੀਰ ਵਿੱਚ ਟਰੀ ਨੇ ਉਹਨੂੰ ਅਲਾਉ ਕਰਤਾ ਸੀ ਕਿ ਉਹਦੇ ਸਟੰਪ ਤੇ ਬੈਠ ਜਾਵੇ। ਯੈਸ ਹੀ ਡਿਡ। ਓਕੇ, ਐਕਟੀਵਿਟੀ 4, ਆਨਸਰ ਦਾ ਫੋਲੋਇੰਗ ਕੁਐਸਚਨਸ। ਫਸਟ, who would come and play with the tree? ਕੌਣ ਆਂਦਾ ਸੀ ਟਰੀ ਦੇ ਨਾਲ ਖੇਡਣ? ਸੋ who ਪੁੱਛਿਆ ਨਾ, who ਕੌਣ ਸੀ? boy। ਸੋ who ਦੀ ਜਗ੍ਹਾ ਕੀ ਲਿਖਾਂਗੇ? boy। ਬਾਕੀ ਸਾਰਾ ਆਨਸਰ ਸੇਮ, boy would come and play with the tree। ਸੈਕਿੰਡ ਕੁਐਸਚਨ 'ਚ ਫਿਰ who ਆ ਗਿਆ। who was too big to climb and play? ਹੁਣ ਕੌਣ ਵੱਡਾ ਹੋ ਗਿਆ ਸੀ ਕਿ ਉਹ ਚੜ੍ਹ ਵੀ ਨਹੀਂ ਸਕਦਾ ਸੀ ਤੇ ਖੇਡ ਵੀ ਨਹੀਂ ਸਕਦਾ ਸੀ? the boy was too big to climb and play। ਅੱਗੇ ਛੋਟਾ ਸੀ ਤੇ ਫਟਾਫਟ ਉਹ ਟਾਹਣੀਆਂ ਤੇ ਚੜ੍ਹ ਜਾਂਦਾ ਸੀ। ਕਹਿੰਦਾ ਮੈਂ ਹੁਣ ਵੱਡਾ ਹੋ ਗਿਆ, ਹੁਣ ਮੇਰੇ ਕੋਲ ਟਾਹਣੀਆਂ ਤੇ ਨਹੀਂ ਚੜ੍ਹਿਆ ਜਾਂਦਾ। ਥਰਡ, why did the boy want a boat? ਲੜਕਾ ਬੋਟ ਕਿਉਂ ਚਾਹੁੰਦਾ ਸੀ? ਇਹਦਾ ਕੀ ਜਵਾਬ ਆਏਗਾ? he wanted a boat to go to another city। Fourth, why did the boy want to go to another city? ਲੜਕਾ ਦੂਜੇ ਸ਼ਹਿਰ ਕਿਉਂ ਜਾਣਾ ਚਾਹੁੰਦਾ ਸੀ? ਬਿਜ਼ਨਸ ਵਾਸਤੇ ਜਾਣਾ ਚਾਹੁੰਦਾ ਸੀ ਨਾ। ਫਿਰ ਇਹਦਾ ਕੀ ਜਵਾਬ ਆਏਗਾ? the boy wanted to go to another city for business। now the last one, what did the tree say in the end? ਅਖੀਰ ਵਿੱਚ ਟਰੀ ਨੇ ਕੀ ਕਿਹਾ? the tree said in the end, comma, inverted comma, begin, come, comma, boy, comma, sit down and rest, full stop, inverted commas, close। now next, fill in the blanks with the words given below। you can use each word twice if necessary। ਨੀਚੇ ਕੁਝ ਵਰਡਸ ਦਿੱਤੇ ਹੋਏ ਨੇ, ਉਹਨਾਂ ਨੂੰ ਆਪਾਂ ਚੂਜ਼ ਕਰਨਾ ਹੈ ਤੇ ਬਲੈਂਕਸ ਵਿੱਚ ਫਿਲ ਕਰਨਾ ਹੈ। ਓਕੇ, ਤੁਸੀਂ ਕੋਈ ਵੀ ਵਰਡ ਜਿਹੜਾ 2 ਵਾਰ ਵੀ ਵਰਤ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਇੱਥੇ ਵੀ ਇਹ ਵਰਡ ਸੂਟੇਬਲ ਹੈ, ਤੁਸੀਂ ਉੱਥੇ ਵੀ ਉਹ ਵਰਤ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਮੀਨਿੰਗ ਦੇਖੀਏ। ਸੇਲਡ ਕੀ ਦੱਸਿਆ ਸੀ? ਜਲ ਯਾਤਰਾ ਕੀਤੀ। ਟਰੀ ਰੁੱਖ। ਸਟੰਪ ਯਾਨੀ ਜੋ ਦਰਖਤ ਦਾ ਮੁੱਢ ਹੁੰਦਾ ਉਸ ਨੂੰ ਸਟੰਪ ਕਹਿੰਦੇ ਹਨ। ਗ੍ਰਿਊ ਯਾਨੀ ਵੱਡਾ ਹੋ ਗਿਆ। ਹੈਪੀ ਖੁਸ਼। ਕਲਾਈਂਬ ਅਪ ਉੱਪਰ ਚੜ੍ਹਨਾ। ਸਵਿੰਗ ਝੂਲੇ ਝੂਲਣਾ। ਹਾਊਸ ਘਰ। ਟਾਇਰਡ ਥੱਕ ਗਿਆ। ਐਪਲਸ ਇਹਦਾ ਮੈਨੂੰ ਮਤਲਬ ਨਹੀਂ ਪਤਾ, ਇਹਦਾ ਮੈਨੂੰ ਤੁਸੀਂ ਦੱਸ ਦੇਣਾ। ਸੋ ਆਪਾਂ ਭਰੀਏ ਹੁਣ। once there was a boy and a tree। the boy played with the tree। the tree asked the boy to climb up and swing from her branches। Fourth, the boy dash older। the boy grew older। Fifth, the tree asked the boy to sell off apples to get money। the boy cut off the branches to make a house। the boy made a boat from the trunk of the tree and sailed away। Eighth, the tree was not happy। Ninth, the boy came back to the tree। he said that he was tired। oh thak gaya hai। 10th, the boy sat on the stump to rest। Activity 6, give opposites of the given words in the given space। ਉਹਨਾਂ ਦੇ ਅਸੀਂ opposite ਲੱਭਣੇ ਆ। happy, sad, give ਹੁੰਦਾ ਦੇਣਾ ਤੇ take ਲੈਣਾ। sell ਹੁੰਦਾ ਵੇਚਣਾ ਤੇ ਖਰੀਦਣ ਦੀ ਕੀ ਹੋਏਗੀ? buy, buy। come ਆਣਾ। go ਜਾਣਾ। quiet ਚੁੱਪ। noise ਸ਼ੋਰ। climb up ਚੜ੍ਹਨਾ ਤੇ opposite ਕੀ ਹੋਗਾ? climb up ਦੇ opposite ਕਈ ਹੋ ਸਕਦੇ ਨੇ, ਜਿੱਦਾਂ fall off ਨੀਚੇ ਗਿਰਨਾ, tumble down ਨੀਚੇ ਗਿਰਨਾ, move down, decline। ਸੋ ਕੋਈ ਵੀ ਤੁਸੀਂ ਜਿਹੜਾ ਆ ਜੋ ਤੁਹਾਨੂੰ ਸੌਖਾ ਲੱਗਦਾ ਜੋ ਚੂਜ਼ ਕਰਕੇ ਤੁਸੀਂ ਕਰ ਸਕਦੇ ਹੋ। Activity 7, add ed to the following words and write a meaningful sentence। ਸੋ ਹੁਣ ਆਪਾਂ ਆਉਣ ਵਾਲੇ ਵਰਡਸ ਦੇ ਪਿੱਛੇ ed ਲਗਾਵਾਂਗੇ ਤਾਂ ਕਿ ਉਹ ਸੈਕਿੰਡ ਫਾਰਮ ਬਣ ਜਾਵੇ।
ਪਾਸਟ ਟੈਂਸ ਬਣ ਜਾਵੇ ਜਦੋਂ ਅਸੀਂ ਕੋਈ ਬੀਤੇ ਹੋਏ ਸਮੇਂ ਦੀ ਗੱਲ ਕਰਨੀ ਹੁੰਦੀ ਹੈ, ਫਿਰ ਅਸੀਂ ਪਾਸਟ ਟੈਂਸ ਵਾਲੇ ਵਰਡਸ ਵਰਤਦੇ ਹਾਂ। ਸੋ ਆਓ ਦੇਖੀਏ ਕਿ ਆਪਾਂ ਈਡੀ ਲਗਾ ਕੇ ਕਿਸ ਤਰ੍ਹਾਂ ਉਹਨੂੰ ਪਾਸਟ ਟੈਂਸ ਵਾਲੇ ਬਣਾ ਸਕਦੇ ਹਾਂ। ਸੋ ਪਹਿਲਾ ਸੋਲਵ ਕੀਤਾ ਹੋਇਆ ਸਟੇ ਹੁੰਦਾ ਰਹਿਣਾ ਤੇ ਸਟੇਡ ਰਿਹਾ। I stayed in Jammu for a week। ਸੋ ਆਓ ਹੁਣ ਆਪਾਂ ਐਗਜ਼ਾਮਪਲਸ ਆਪ ਕਰਦੇ ਹਾਂ। ਤਾਂ ਫਸਟ ਹੈ want, ਚਾਹੁੰਦਾ ਹਾਂ। ਸੈਕਿੰਡ ਫਾਰਮ ਕੀ ਹੋਏਗੀ? I wanted to go back, मैं वापस जाना चाहया। सेकंड climb, चढ़ना, climbed चढ़या, he climbed up the tree। थर्ड play, खेडना, played खेडया, I played football। फोर्थ sail की हुंदा है? जल यात्रा करनी। सो ਇਹਦਾ ਕੀ ਬਣਾਈਏ? The sailor sailed the boat। rest ਹੁੰਦਾ ਆਰਾਮ ਕਰਨਾ ਤੇ rested ਆਰਾਮ ਕੀਤਾ। He rested in this house। next learning language। ਹੁਣ ਅਸੀਂ ਗ੍ਰਾਮਰ ਦੀ ਐਕਟੀਵਿਟੀਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਆਊਗਾ? pronoun। a pronoun is a word used in place of a noun। pronoun ਉਹ ਵਰਡ ਹੁੰਦਾ ਜਿਹੜਾ ਨਾਉਨ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ। ਜਿਵੇਂ ਮੈਂ ਕਹਿਣਾ ਹੋਵੇ ਕਿ ਰਾਮ ਬਹੁਤ ਵਧੀਆ ਬੱਚਾ ਹੈ, ਉਹ ਸਵੇਰੇ ਜਲਦੀ ਉੱਠਦਾ ਹੈ, ਉਹ ਆਪਣੇ ਮੰਮੀ ਡੈਡੀ ਦਾ ਕਹਿਣਾ ਮੰਨਦਾ ਹੈ, ਉਹ ਹਰ ਕੰਮ ਸਮੇਂ ਸਿਰ ਕਰਦਾ ਹੈ। ਸੋ ਇਹੀ ਚੀਜ਼ ਮੈਂ ਇੰਗਲਿਸ਼ ਕਹਿਣੀ ਹੋਵੇ ਕਿੱਦਾਂ ਕਹਾਂਗਾ? ਰਾਮ ਇਜ਼ ਅ ਵੈਰੀ ਗੁੱਡ ਬॉय, ਹੀ ਗੈਟਸ ਅਪ अर्ਲੀ ਇਨ ਦਾ ਮੋਰਨਿੰਗ, ਹੀ ਓਬੇਜ਼ ਐਂਡ ਰਿਸਪੈਕਟਸ ਹਿਜ਼ ਪੇਰੈਂਟਸ। ਓਕੇ, ਹੀ ਫਿਨਿਸ਼ਿਜ਼ ਹਿਜ਼ ਵਰਕ ਇਨ ਟਾਈਮ। ਸੋ ਇਹਦੇ ਵਿੱਚ ਕੀ ਕੀਤਾ? ਇੱਕ ਵਾਰ ਮੈਂ ਯੂਜ਼ ਕੀਤਾ ਉਹਦਾ ਨਾਮ ਰਾਮ ਤੇ ਫਿਰ ਰਾਮ ਦੀ ਜਗ੍ਹਾ ਮੈਂ ਕੀ ਵਰਤਦਾ ਰਿਹਾ? ਉਹ ਯਾਨੀ ਹੀ। ਸੋ ਹੀ ਕੀ ਹੋ ਗਿਆ? ਪ੍ਰੋਨਾਉਨ। ਕਿਉਂ ਹੋਇਆ? ਕਿਉਂਕਿ ਮੈਂ ਨਾਮ ਦੀ ਜਗ੍ਹਾ ਤੇ ਵਰਤਿਆ ਸੀ, ਨਾਉਨ ਦੀ ਜਗ੍ਹਾ ਤੇ। ਸੋ ਜਿਹੜੇ ਸ਼ਬਦ ਨਾਉਨ ਦੀ ਜਗ੍ਹਾ ਤੇ ਵਰਤੇ ਜਾਣਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ? ਪ੍ਰੋਨਾਉਨ। ਓਕੇ, ਜਿੱਦਾਂ ਜੇ ਮੈਂ ਕਿਸੇ ਕੁੜੀ ਵਾਸਤੇ ਵਰਤਣਾ ਹੋਵੇ ਤਾਂ ਮੈਂ ਕੀ ਕਹਾਂਗਾ? ਸ਼ੀ। ਕਿਸੇ ਇਹੋ ਜਿਹੀ ਚੀਜ਼ ਵਾਸਤੇ ਜਿਹਦੇ 'ਚ ਜਾਨ ਨਹੀਂ ਹੈਗੀ, ਇਟ। ਠੀਕ ਹੈ, ਇਹ ਸਾਰੇ ਲਫ਼ਜ਼ ਕੀ ਹੋ ਜਾਣਗੇ? ਪ੍ਰੋਨਾਉਨ। ਸੋ ਆਓ ਆਪਾਂ ਦੇਖਦੇ ਹਾਂ ਕਿ ਪ੍ਰੋਨਾਉਨਸ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਸੋ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪਰਸਨਲ ਪ੍ਰੋਨਾਉਨ। ਪਰਸਨਲ ਪ੍ਰੋਨਾਉਨ ਕਿਹੜੇ ਹੁੰਦੇ ਨੇ? ਆਜੋ ਆਪਾਂ ਪੜ੍ਹਦੇ ਹਾਂ। ਪ੍ਰੋਨਾਉਨਸ ਵਿਚ ਆਰ ਯੂਜ਼ਡ ਇਨ ਪਲੇਸ ਆਫ ਪ੍ਰੋਪਰ ਨਾਉਨਸ ਟੂ ਅਵੋਇਡ ਰੈਪੀਟੀਸ਼ਨ ਆਰ ਕਾਲਡ ਪਰਸਨਲ ਪ੍ਰੋਨਾਉਨਸ। ਪਰਸਨਲ ਪ੍ਰੋਨਾਉਨਸ ਉਹ ਹੁੰਦੇ ਹਨ ਜਿਹੜੇ ਕਿ ਖਾਸ ਨਾਮ, ਪ੍ਰੋਪਰ ਨਾਉਨ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਤਾਂ ਕਿ ਰੈਪੀਟੀਸ਼ਨ ਯਾਨੀ ਤਾਂ ਕਿ ਕਿਸੇ ਵੀ ਸ਼ਬਦ ਨੂੰ ਦੁਬਾਰਾ ਬੋਲਣ ਤੋਂ ਗੁਰੇਜ਼ ਕੀਤਾ ਜਾਵੇ, ਉਹਨਾਂ ਨੂੰ ਆਪਾਂ ਕਹਿੰਦੇ ਆ ਪਰਸਨਲ ਪ੍ਰੋਨਾਉਨਸ। ਆਜੋ ਐਗਜ਼ਾਮਪਲ ਦੇਖਦੇ ਹਾਂ। ਮਾਈ ਮਦਰ, ਮੇਰੇ ਮੰਮੀ, ਇਹ ਪਰਸਨਲ ਹੋ ਗਿਆ ਨਾ। ਮਾਈ ਮਦਰ ਇਜ਼ ਵੈਰੀ ਟਾਇਰਡ, ਮੇਰੇ ਮੰਮੀ ਬਹੁਤ ਟਾਇਰਡ ਹਨ, ਥਕੇ ਹੋਏ ਹਨ। ਦੁਬਾਰਾ ਫਿਰ ਦੇਖੋ ਰਿਪੀਟ ਹੋਣ ਲਗਾ, ਮਾਈ ਮਦਰ ਹੈਜ਼ ਬੀਨ ਵਰਕਿੰਗ ਦਾ ਹੋਲ ਡੇ, ਕਿਉਂਕਿ ਉਹ ਸਾਰਾ ਦਿਨ ਮੇਰੇ ਮੰਮੀ ਨੇ ਕੰਮ ਕੀਤਾ। ਸੋ ਇਸ ਸੈਂਟੈਂਸ ਵਿੱਚ ਮਾਈ ਮਦਰ ਦੀ ਜਗ੍ਹਾ ਤੇ ਜੋ ਅਸੀਂ ਪ੍ਰੋਨਾਉਨ ਵਰਤਾਂਗੇ ਉਹ ਕੀ ਹੋ ਜਾਏਗਾ? ਪਰਸਨਲ ਪ੍ਰੋਨਾਉਨ। ਕਿਵੇਂ? ਮਾਈ ਮਦਰ ਇਜ਼ ਵੈਰੀ ਟਾਇਰਡ ਬਿਕੋਜ਼ ਸ਼ੀ ਹੈਜ਼ ਬੀਨ ਵਰਕਿੰਗ ਫॉर द ਹੋਲ ਡੇ, ਕਿਉਂਕਿ ਉਹ ਸਾਰਾ ਦਿਨ ਕੰਮ ਕਰਦੇ ਰਹੇ। ਓਕੇ, there are 3 kinds of personal pronouns। ਹੁਣ personal pronouns ਜਿਹੜੇ ਆ 3 ਤਰ੍ਹਾਂ ਦੇ ਹੁੰਦੇ ਆ। ਦੇਖੀਏ, ਇੱਕ ਹੁੰਦਾ ਫਰਸਟ ਪਰਸਨ, ਇੱਕ ਹੁੰਦਾ ਸੈਕਿੰਡ ਪਰਸਨ, ਇੱਕ ਹੁੰਦਾ ਥਰਡ ਪਰਸਨ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਆਪਾਂ ਹੋਰ ਡਿਟੇਲਡ ਸਟੱਡੀ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਫਸਟ ਹੈ ਪ੍ਰੋਨਾਉਂਸ ਆਫ ਦਾ ਫਰਸਟ ਪਰਸਨ, ਸਿੰਗੂਲਰ। ਸਿੰਗੂਲਰ ਕੀ ਹੁੰਦੇ ਨੇ? ਇੱਕ ਵਚਨ। ਸੋ ਆਪਾਂ ਫਸਟ ਪਰਸਨ ਦੇਖਦੇ ਹਾਂ ਸਿੰਗੂਲਰ ਕਿਹੜੇ ਹਨ। ਆਈ ਯਾਨੀ ਮੈਂ, ਮਾਈ ਮੇਰਾ, ਮਾਈਨ ਮੇਰੇ ਲਈ, ਮੀ ਮੈਨੂੰ, ਮਾਈ ਸੈਲਫ ਮੈਂ ਆਪਣੇ ਆਪ। ਪਲੂਰਲ, ਹੁਣ ਇਹਦੇ ਪਲੂਰਲ ਕੀ ਹੋਣਗੇ? ਬਹੁਵਚਨ ਕੀ ਹੋਣਗੇ? ਆਈ ਦਾ ਪਲੂਰਲ ਕੀ ਹੋ ਜਾਊਗਾ? ਵੀ। ਮਾਈ ਦਾ ਪਲੂਰਲ ਆਵਰ, ਮਾਈਨ ਦਾ ਪਲੂਰਲ ਆਵਰਸ, ਮੀ ਦਾ ਅਸ, ਮਾਈ ਸੈਲਫ ਆਵਰ ਸੈਲਵਸ। ਓਕੇ, ਸੈਕਿੰਡ ਪ੍ਰੋਨਾਉਂਸ ਆਫ ਦਾ ਸੈਕਿੰਡ ਪਰਸਨ। ਹੁਣ ਸੈਕਿੰਡ ਪਰਸਨ ਕੀ ਦੱਸਿਆ ਸੀ? ਸਿੰਗੂਲਰ ਕਿਹੜੇ ਹੋਣਗੇ? ਯੂ ਤੂੰ ਜਾਂ ਤੁਸੀਂ, ਯੂਅਰਸ ਤੁਹਾਡਾ, ਯੂਅਰਸੈਲਫ ਤੁਸੀਂ ਆਪਣੇ ਆਪ, ਯੂਅਰ ਤੁਹਾਡਾ। ਸੋ ਇਹਦੇ ਪਲੂਰਲ ਕੀ ਬਣ ਗਏ? ਯੂ ਯੂਅਰਸ ਯੂਅਰਸ, ਯੂਅਰਸੈਲਫ ਯੂਅਰਸੈਲਵਸ,
ਤੇ your ਸੋ ਇਹਦੇ ਤਕਰੀਬਨ ਪਲੂਰਲ ਸੇਮ ਹਨ। yourself ਦਾ yourselves ਹੋਏਗਾ, ਬਾਕੀ ਸਾਰੇ ਅਨਚੇਂਜਡ ਰਹਿਣਗੇ। ਥਰਡ, ਪ੍ਰੋਨਾउंस ਆਫ ਦਾ ਥਰਡ ਪਰਸਨ ਕੀ ਦੱਸਿਆ ਸੀ? ਉਹ ਤੀਸਰਾ ਬੰਦਾ, ਯਾਨੀ ਮੇਰੇ ਤੇ ਤੇਰੇ ਤੋਂ ਇਲਾਵਾ ਬਾਕੀ ਸਾਰੇ ਕੀ ਨੇ? ਥਰਡ ਪਰਸਨ। ਹੀ ਲੜਕਾ ਹੈ ਨਾ, ਸ਼ੀ ਲੜਕੀ, ਇਟ ਕੋਈ ਵੀ ਚੀਜ਼, ਹਿਮ ਉਸ ਦਾ, ਹਿਮ ਉਸ ਨੂੰ, ਹਰ ਉਸ ਨੂੰ ਜਾਂ ਉਸ ਦਾ। ਓਕੇ, ਪਲੂਰਲ ਕੀ ਹੋਏਗਾ? them ਉਹਨਾਂ ਨੂੰ, their ਉਹਨਾਂ ਦਾ, theirs ਉਹਨਾਂ ਦੇ। ਠੀਕ। ਐਕਟੀਵਿਟੀ 8, fill in the blanks using personal pronouns। ਸੋ ਆਪਾਂ ਹੁਣ fill in the blanks ਕਰਦੇ ਹਾਂ। ਪਰਸਨਲ ਪ੍ਰੋਨਾਊਨ ਇਹਦੇ 'ਚ ਪੜਾਂਗੇ ਵੀ ਕਿਹੜੇ ਕਿਹੜੇ ਆਣਗੇ। ਫਸਟ ਹੈ ਡੈਸ਼ often reads until late night। ਚਲੋ ਦੇਖਦੇ ਹਾਂ ਕਿਹੜੇ ਕਿਹੜੇ ਆ ਸਕਦੇ ਨੇ। ਇੱਕ ਤਾਂ ਪਰਸਨਲ ਪ੍ਰੋਨਾਊਨਸ ਭਰਨੇ ਆ, ਹਨਾ। ਆਪਾਂ ਦੇਖੀਏ ਕਿ ਇਹਨਾਂ 'ਚੋਂ ਪਰਸਨਲ ਪ੍ਰੋਨਾਊਨ ਕਿਹੜੇ ਨੇ। ਅਮਨ ਪਰਸਨਲ ਪ੍ਰੋਨਾਊਨ ਹੈ? ਨਹੀਂ, ਇਹ ਤਾਂ ਪ੍ਰੋਪਰ ਨਾਊਨ ਹੋ ਗਿਆ। ਮੀਨਾ ਵੀ ਪ੍ਰੋਪਰ ਨਾਊਨ ਹੋ ਗਿਆ। ਹੁਣ ਪਰਸਨਲ ਪ੍ਰੋਨਾਊਨ ਦੋ ਰਹਿ ਗਏ। ਪਹਿਲਾ ਹੈ ਹੀ, ਲਾਸਟ ਵਾਲਾ ਕਿਹੜਾ? ਦੇ। ਹੀ ਦਾ ਮਤਲਬ ਉਹ ਤੇ ਦੇ ਦਾ ਮਤਲਬ ਜ਼ਿਆਦਾ ਜਣੇ। ਓਕੇ, ਸੋ ਜ਼ਿਆਦਾ ਜਣੇ ਤਾਂ ਨਹੀਂ ਪੜ ਰਹੇ। ਇੱਕ ਜਣਾ ਪੜਦਾ, ਕਿੱਦਾਂ ਪਤਾ ਚੱਲਿਆ ਇੱਕ ਜਣਾ ਪੜਦਾ? ਜੇ ਫੋਟੋ ਨਾ ਸਾਹਮਣੇ ਹੋਵੇ ਤਾਂ ਕਿੱਦਾਂ ਪਤਾ ਚੱਲੇਗਾ ਵੀ ਇੱਕ ਜਣਾ ਪੜਦਾ? ਆਪਾਂ ਨੂੰ ਪਤਾ ਕਿਸ ਤਰ੍ਹਾਂ ਪਤਾ ਚੱਲੇਗਾ? ਆਪਾਂ ਨੂੰ ਪਤਾ ਚੱਲੇਗਾ, ਆਪਾਂ ਦੇਖਾਂਗੇ ਰੀਡ ਯਾਨੀ ਵਰਬ ਦੇ ਨਾਲ ਜੇ ਐਸ ਜਾਂ ਈਐਸ ਲੱਗਾ ਤਾਂ ਇਹਦਾ ਮਤਲਬ ਇੱਕ ਜਣਾ ਪੜਦਾ ਪਿਆ ਤੇ ਉਹ ਵੀ ਥਰਡ ਪਰਸਨ। ਓਕੇ, ਸੋ ਇੱਥੇ ਰੀਡ ਦੇ ਨਾਲ ਐਸ ਲੱਗਿਆ ਤੇ ਇਹਦਾ ਮਤਲਬ ਦੇ ਤਾਂ ਬਿਲਕੁਲ ਨਹੀਂ ਆਏਗਾ, ਕਿਉਂਕਿ ਜੇ ਜ਼ਿਆਦਾ ਜਣੇ ਹੋਣਗੇ ਫਿਰ ਰੀਡ ਦੇ ਨਾਲ ਐਸ ਨਹੀਂ ਲੱਗੇਗਾ। ਸੋ ਇੱਥੇ ਕੀ ਆਊਗਾ? ਹੀ often reads until late at night। ਉਹ ਰਾਤ ਦੇਰ ਤੱਕ ਪੜਦਾ ਹੈ। ਸੋ ਸੈਕਿੰਡ ਹੈ ਡੈਸ਼ is running up and down the stairs। ਕੋਈ ਹੈ ਜੋ ਸਟੇਅਰਸ ਦੇ ਉੱਪਰ ਨੀਚੇ ਰਨ ਕਰ ਰਿਹਾ। ਸੋ ਦੇਖਦੇ ਹਾਂ ਕੌਣ ਹੈ। ਸੋ ਪਰਸਨਲ ਪ੍ਰੋਨਾਊਨਸ ਨੂੰ ਲੱਭਣ ਦਾ ਸਿੰਪਲ ਫਾਰਮੂਲਾ, ਉੱਪਰਲਾ ਟੇਬਲ ਦੇਖੋ ਜਿੱਥੇ ਲਿਖਿਆ ਸੀ ਸਿੰਗੂਲਰ ਤੇ ਪਲੂਰਲ। ਓਕੇ, ਤਿੰਨ ਫਾਰਮਸ ਦਿੱਤੀਆਂ ਸੀ ਨਾ, ਫਸਟ ਪਰਸਨ ਵਾਲੀ, ਸੈਕਿੰਡ ਪਰਸਨ ਵਾਲੀ ਤੇ ਥਰਡ ਪਰਸਨ ਵਾਲੀ, ਇਹਦੀ ਕਾਈਂਡਸ ਦਿੱਤੀਆਂ ਸੀ। ਸੋ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਉਹਦੇ ਵਿੱਚ ਲਿਖਿਆ ਹੋਇਆ ਦਾ ਕੈਟ ਨਹੀਂ, ਸੋ ਇਹ ਪਰਸਨਲ ਪ੍ਰੋਨਾਊਨ ਨਹੀਂ ਹੈ। ਮਾਈ ਬ੍ਰਦਰ ਲਿਖਿਆ ਹੋਇਆ ਨਹੀਂ। ਹੁਣ ਕੀ ਰਹਿ ਗਿਆ? ਸ਼ੀ ਤੇ ਯੂ। ਸੋ ਸ਼ੀ ਮਤਲਬ ਉਹ ਲੜਕੀ ਤੇ ਯੂ ਦੇ ਨਾਲ ਇਜ਼ ਤਾਂ ਆਂਦਾ ਹੀ ਨਹੀਂ, ਇਸ ਕਰਕੇ ਕੀ ਰਹਿ ਗਿਆ? She is running up and down the stairs। Third, Dash is from Mumbai। कौन है जो मुंबई तो है? रोजी ਤਾਂ नाउन हो गया। My friend भी नहीं हो सकता, this statue भी नहीं हो सकता, की रह गया? He is from Mumbai। Fourth, have Dash got a dog? मीना। So have किधर ना लगता है? I, you, we ज़्यादा जनिया नाल। Okay, anyone ਤਾਂ ਇੱਕ ਹੋ ਗਿਆ, ਦੇ ਜ਼ਿਆਦਾ ਜਣੇ ਹੋ ਗਏ, ਸਮਵਨ ਇੱਕ ਹੋ ਗਿਆ, ਇਟ ਇੱਕ ਹੋ ਗਿਆ। ਸੋ ਦੇ ਇੱਥੇ ਇਹਦਾ ਜਵਾਬ ਆਏਗਾ ਹੈਵ ਦੇ ਗੋਟ ਅ ਡੌਗ। ਮੀਨਾ। ਫਿਫਥ, ਵੀ ਇੰਜੋਏ ਦ ਰੋਜ਼ਸ ਸੋ ਮਚ। ਅਸੀਂ ਗੁਲਾਬ ਨੂੰ ਬਹੁਤ ਪਸੰਦ ਕਰਦੇ ਹਾਂ। ਹੁਣ ਰੋਜ਼ਸ ਜ਼ਿਆਦਾ ਨੇ ਨਾ, ਸੋ ਇੱਥੇ ਕੀ ਆਏਗਾ? ਦੇ ਰੀਅਲੀ ਮੇਕ ਦ ਗਾਰਡਨ ਬਿਊਟੀਫੁਲ। ਸਿਕਸਥ, ਅਮਨ ਇਜ਼ੰਟ ਐਨ ਆਰਕੀਟੈਕਟ। ਅਮਨ ਇੱਕ ਆਰਕੀਟੈਕਟ ਨਹੀਂ ਹੈ। ਹੁਣ ਅਮਨ ਕੀ ਹੈ? ਮੁੰਡਾ ਕਿ ਕੁੜੀ? ਮੁੰਡਾ ਵੀ ਹੋ ਸਕਦਾ, ਕੁੜੀ ਵੀ ਹੋ ਸਕਦੀ ਹੈ। ਸੋ ਹੀ ਇਜ਼ ਐਨ ਇੰਜੀਨੀਅਰ, ਤੇ ਜੇ ਕੁੜੀ ਹੋਵੇ ਸ਼ੀ ਇਜ਼ ਐਨ ਇੰਜੀਨੀਅਰ। ਸੈਵਨਥ, ਆਰ ਡੈਸ਼ ਫਰੈਂਡਸ ਔਰ ਨੋਟ। ਆਰ ਵੀ ਫਰੈਂਡਸ ਔਰ ਨੋਟ, ਕਿ ਅਸੀਂ ਦੋਸਤ ਹਾਂ ਜਾਂ ਨਹੀਂ। ਏਟਥ, ਮਾਈ ਡਾਕਟਰ ਵਾਜ਼ ਬੋਰਨ ਇਨ ਲੰਡਨ। ਹੀ ਟੀਚਿਸ ਲੈਂਗੁਏਜ ਲੈਸਨਸ ਇਨ ਹਿਸ ਸਪੇਅਰ ਟਾਈਮ, ਤੇ ਜੇ ਡਾਕਟਰ ਗਰਲ ਹੋਵੇ ਤਾਂ ਸ਼ੀ ਟੀਚਿਸ ਲੈਂਗੁਏਜ ਲੈਸਨ ਇਨ ਹਿਸ ਸਪੇਅਰ ਟਾਈਮ। ਓਕੇ, ਦੋਨੋਂ ਠੀਕ ਹੈ। ਨਾਈਨਥ, all my teachers are from Europe। ਮੇਰੇ ਸਾਰੇ ਟੀਚਰਸ ਯੂਰਪ ਤੋਂ ਹਨ। ਡੈਸ਼ come from all over the continent। ਹੁਣ ਜ਼ਿਆਦਾ ਟੀਚਰਸ ਹੈ ਨਾ ਸਾਰੇ, ਸੋ ਇੱਥੇ ਕੀ ਆਏਗਾ? they come from all over the continent। 10th, our friends are athletes। all of them are either strong, fast or both। ਸਾਡੇ ਦੋਸਤ ਐਥਲੀਟ ਹਨ, ਉਹ ਸਾਰੇ ਜਾਂ ਤਾਂ ਤਾਕਤਵਰ ਹਨ, ਤੇਜ਼ ਹਨ ਜਾਂ ਦੋਨੋਂ ਹਨ। ਸੋ all of them।